ਸਟਾਰ ਦੇਸ਼ ਦੀ ਨਿਆਂ ਪ੍ਰਬੰਧ ਪ੍ਰਣਾਲੀ ਵਿੱਚ ਅਜਿਹਾ ਰੁਝਾਨ ਦੇਖਿਆ ਜਾ ਰਿਹਾ ਹੈ ਜਿਸ ਵਿੱਚ ਵੱਡੇ ਵਿਰੋਧਾਭਾਸ ਹਨ। ਡੰਡੀ ਦੇਸ਼ ਦੇ ਉਪ ਗ੍ਰਹਿ ਮੰਤਰੀ ਮਿਨਿਸਟਰ ਆਫ ਸਟੇਟ ਫਾਰ ਹੋਮ ਜੀ ਕ੍ਰਿਸ਼ਨ ਰੈਡੀ ਨੇ ਰਾਜ ਸਭਾ ਵਿੱਚ ਦੱਸਿਆ ਕਿ ਰਾਸ਼ਟਰਪਤੀ ਅਪਰਾਧ ਰਿਕਾਰਡ ਬਿਊਰੋ ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ NCR ਅਨੁਸਾਰ 2016 ਅਤੇ 2019 ਵਿਚਕਾਰ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਕਾਨੂੰਨ ਤਹਿਤ ਦਰਜ ਕੀਤੇ ਕੇਸਾਂ ਵਿੱਚੋਂ ਸਿਰਫ 2.2% ਕੇਸਾਂ ਵਿੱਚ ਹੀ ਦੋਸ਼ ਸਾਬਤ ਹੋ ਸਕੇ ਹਨ। ਡੰਡੀ 2020 ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਲਗਭਗ 400 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤੇ ਗਏ, ਪਰ ਦੋਸ਼ ਸਿਰਫ ਇੱਕ ਕੇਸ ਜਿਸ ਵਿੱਚ 2 ਵਿਅਕਤੀਆਂ ਨੂੰ ਸਜ਼ਾ ਹੋਈ ਵਿੱਚ ਹੀ ਸਾਬਤ ਹੋਏ। ਡੰਡੀ NCRB ਅਨੁਸਾਰ 2019 ਵਿੱਚ ਇਸ ਕਾਨੂੰਨ ਤਹਿਤ ਗ੍ਰਿਫਤਾਰ ਹੋਏ ਵਿਅਕਤੀਆਂ ਦੀ ਗਿਣਤੀ 1948 ਸੀ। ਡੰਡੀ ਆਰਟੀਕਲ 14 ਨਾਂ ਦੀ ਸੰਸਥਾ ਦੁਆਰਾ ਇਕੱਠੇ ਕੀਤੇ ਅੰਕੜਿਆਂ ਅਨੁਸਾਰ 1 ਜਨਵਰੀ 2010 ਤੋਂ 31 ਦਸੰਬਰ 2020 ਤੱਕ 10,938 ਦੇਸ਼ ਵਾਸੀਆਂ ਤੇ ਤਾਜ਼ੀਰਾਤੇ ਹਿੰਦ ਇੰਡੀਅਨ ਪੈਨਲ ਕੋਡ IPC ਦੀ ਧਾਰਾ 124A ਤਹਿਤ ਦੇਸ਼ ਧਰੋਹ ਦੇ ਮੁਕੱਦਮੇ ਦਰਜ ਕੀਤੇ ਗਏ, ਜਿਨ੍ਹਾਂ ਵਿੱਚੋਂ 65% ਕੇਸ ਪਿਛਲੇ 6 ਸਾਲਾਂ ਭਾਵ ਮੌਜੂਦਾ ਕੇਂਦਰੀ ਹਕੂਮਤ ਦੇ ਰਾਜਕਾਲ ਵਿੱਚ ਦਰਜ ਕੀਤੇ ਗਏ। ਡੰਡੀ ਪਿਛਲੇ ਦਹਾਕੇ 2011-2020 ਵਿੱਚ ਦੇਸ਼ ਧਰੋਹ ਦੇ ਮੁਕੱਦਮੇ ਦਰਜ ਕਰਨ ਦੀ ਦਰ ਵਿੱਚ ਉਸ ਤੋਂ ਪਿਛਲੇ ਦਹਾਕੇ 2011-2010 ਤੋਂ ਲਗਭਗ 28% ਦਾ ਵਾਧਾ ਹੋਇਆ। ਡੰਡੀ 2019 ਵਿੱਚ ਦੇਸ਼ ਧਰੋਹ ਦੇ ਮਾਮਲਿਆਂ ਵਿੱਚ ਸਿਰਫ 3% ਕੇਸਾਂ ਵਿੱਚ ਦੋਸ਼ ਸਾਬਤ ਹੋਏ। ਡੰਡੀ ਇਹ ਅੰਕੜੇ ਸਾਫ਼ ਜ਼ਾਹਿਰ ਕਰਦੇ ਹਨ ਕਿ ਇਹਨਾਂ ਕੇਸਾਂ ਵਿੱਚ ਜਿਨ੍ਹਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਵਿੱਚੋਂ ਵੱਡੀ ਬਹੁਗਿਣਤੀ ਵਿਰੁੱਧ ਦੋਸ਼ ਸਾਬਤ ਨਹੀਂ ਹੋਏ। ਡੰਡੀ ਹੋ ਸਕਦਾ ਹੈ ਕਿ ਕੁਝ ਵਿਰੁੱਧ ਦੋਸ਼ ਤਕਨੀਕੀ ਕਾਰਨਾਂ ਜਾਂ ਤਫਤੀਸ਼ ਵਿਚਲੀਆਂ ਕਮਜ਼ੋਰੀਆਂ ਕਾਰਨ ਨਾ ਹੋਏ ਹੋਣ, ਪਰ ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਕਿ ਦੋਸ਼ ਸਾਬਤ ਨਾ ਹੋਣ ਦੀ ਮੁੱਖ ਵਜ੍ਹਾ ਇਹਨਾਂ ਕਾਨੂੰਨਾਂ ਦੀ ਦੁਰਵਰਤੋਂ ਹੈ। ਡੰਡੀ ਇਹ ਕਾਨੂੰਨ ਬਹੁਤ ਸਾਰੇ ਸਮਾਜਿਕ ਅਤੇ ਜਮਹੂਰੀ ਕਾਰਕੁਨਾਂ ਵਿਰੁੱਧ ਕਾਰਵਾਈ ਕਰਨ ਲਈ ਵਰਤੇ ਗਏ ਹਨ। ਡੰਡੀ ਕਾਨੂੰਨੀ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਮਾਮਲਾ ਸਿਰਫ ਕੇਸ ਦਰਜ ਕਰਨ ਅਤੇ ਦੋਸ਼ ਸਾਬਤ ਕਰਨ ਤੱਕ ਸੀਮਤ ਨਹੀਂ, ਸਗੋਂ ਅਸਲੀ ਮੁੱਦਾ ਇਹ ਹੈ ਕਿ ਉਹ ਵਿਅਕਤੀ ਜਿਸ 'ਤੇ ਦੋਸ਼ ਲਾਏ ਜਾਂਦੇ ਹਨ ਨੂੰ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ, ਉਸ ਨੂੰ ਜ਼ਮਾਨਤ ਨਹੀਂ ਮਿਲਦੀ ਅਤੇ ਭਾਵੇਂ ਅਦਾਲਤ ਬਾਅਦ ਵਿੱਚ ਉਸ ਨੂੰ ਬੇਗੁਨਾਹ ਕਰਾਰ ਦੇ ਦੇਵੇ, ਉਦੋਂ ਤੱਕ ਉਹ ਲੰਮਾ ਸਮਾਂ ਜੇਲ੍ਹ ਵਿੱਚ ਗੁਜ਼ਾਰ ਚੁੱਕਾ ਹੈ। ਡੰਡੀ ਇਸ ਤਰ੍ਹਾਂ ਸਜ਼ਾ ਕੇਸ ਦਰਜ ਹੋਣ ਨਾਲ ਹੀ ਸ਼ੁਰੂ ਹੋ ਜਾਂਦੀ ਹੈ। ਡੰਡੀ ਪ੍ਰਮੁੱਖ ਸਵਾਲ ਇਹ ਹੈ ਕਿ
ਜਦੋਂ ਸਾਡੇ ਦੇਸ਼ ਵਿੱਚ ਸੁਪਰੀਮ ਕੋਰਟ ਹੈ। ਸਟਾਰਟ। ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਨੇ ਪਹਿਲੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਡੰਡੀ ਲਗਾਤਾਰ 8 ਦਿਨਾਂ ਦੌਰਾਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 2.34 ਰੁਪਏ ਪੈਟਰੋਲ ਅਤੇ 2.57 ਰੁਪਏ ਪ੍ਰਤੀ ਲੀਟਰ ਡੀਜ਼ਲ ਵਿੱਚ ਵਾਧਾ ਹੋ ਗਿਆ ਹੈ। ਡੰਡੀ ਸਾਲ 2021 ਵਿੱਚ 19 ਦਫਾ ਵਾਧਾ ਹੋ ਚੁੱਕਿਆ ਹੈ। ਡੰਡੀ ਇਸ ਵਾਧੇ ਨਾਲ ਰਾਜਸਥਾਨ ਤੇ ਮੱਧ ਪ੍ਰਦੇਸ਼ ਸਮੇਤ ਕਈ ਥਾਵਾਂ ਉੱਤੇ ਪ੍ਰੀਮੀਅਮ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਈ ਹੈ। ਡੰਡੀ ਮਾਰਚ 2020 ਤੋਂ ਲੈ ਕੇ ਹੁਣ ਤੱਕ ਸਰਕਾਰ ਨੇ ਲਗਾਏ ਟੈਕਸਾਂ ਕਾਰਨ ਹੀ ਪੈਟਰੋਲ 18.57 ਰੁਪਏ ਅਤੇ ਡੀਜ਼ਲ 16.09 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਡੰਡੀ ਕੋਵਿਡ-19 ਦੌਰਾਨ ਤਾਲਾਬੰਦੀ ਕਰਕੇ ਲੋਕਾਂ ਦੇ ਕਾਰੋਬਾਰ ਠੱਪ ਹੋ ਗਏ ਸਨ। ਡੰਡੀ ਬੇਰੁਜ਼ਗਾਰ ਹੋਏ ਲੋਕ ਨਵੇਂ ਰੁਜ਼ਗਾਰ ਦੀ ਤਲਾਸ਼ ਵਿੱਚ ਸਨ। ਡੰਡੀ ਇਸੇ ਦੌਰਾਨ ਕੇਂਦਰ ਸਰਕਾਰ ਨੇ ਮਈ 2020 ਦੌਰਾਨ ਹੀ ਪੈਟਰੋਲ ਉੱਤੇ 13 ਰੁਪਏ ਅਤੇ ਡੀਜ਼ਲ ਉੱਤੇ ਆਬਕਾਰੀ ਡਿਊਟੀ 16 ਰੁਪਏ ਪ੍ਰਤੀ ਲੀਟਰ ਵਧਾ ਦਿੱਤੀ ਸੀ। ਡੰਡੀ ਉਸ ਸਮੇਂ ਸਰਕਾਰ ਦਾ ਕਹਿਣਾ ਸੀ ਕਿ ਇਸ ਦਾ ਖਪਤਕਾਰਾਂ ਉੱਤੇ ਕੋਈ ਅਸਰ ਨਹੀਂ ਪਵੇਗਾ। ਡੰਡੀ ਕੀਮਤਾਂ ਬੇਰੋਕ ਕਿਉਂ ਵਧ ਰਹੀਆਂ ਹਨ? ਇਹ ਸਵਾਲ ਲੋਕਾਂ ਲਈ ਜਾਣਨਾ ਜ਼ਰੂਰੀ ਬਣ ਗਿਆ ਹੈ। ਡੰਡੀ ਅਸਲ ਵਿੱਚ ਪੈਟਰੋਲ ਨੂੰ 2010 ਅਤੇ ਡੀਜ਼ਲ ਨੂੰ 2014 ਵਿੱਚ ਕੰਟਰੋਲ ਮੁਕਤ ਨੀਤੀ ਨਾਲ ਜੋੜ ਦਿੱਤਾ ਗਿਆ ਸੀ। ਡੰਡੀ ਇਸ ਦਾ ਸਿਧਾਂਤਕ ਪੱਖ ਇਹ ਸੀ ਕਿ ਕੌਮਾਂਤਰੀ ਪੱਧਰ ਉੱਤੇ ਕੱਚੇ ਤੇਲ ਦੀਆਂ ਕੀਮਤਾਂ ਦੇ ਵਾਧੇ ਘਾਟੇ ਅਨੁਸਾਰ ਹੀ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਤਬਦੀਲੀ ਹੋਵੇਗੀ। ਡੰਡੀ ਇਸ ਤੋਂ ਪਹਿਲਾਂ ਸਰਕਾਰ ਖੁਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਜਾਂ ਘਾਟੇ ਬਾਰੇ ਐਲਾਨ ਕਰਦੀ ਸੀ। ਡੰਡੀ ਸਿਧਾਂਤਕ ਫੈਸਲਾ ਜੇਕਰ ਅਮਲੀ ਤੌਰ ਉੱਤੇ ਇਸੇ ਤਰ੍ਹਾਂ ਲਾਗੂ ਹੁੰਦਾ ਤਾਂ ਕੱਚੇ ਤੇਲ ਦੀਆਂ ਕੀਮਤਾਂ ਘਟਣ ਨਾਲ ਤੇਲ ਦੀਆਂ ਕੀਮਤਾਂ ਘਟਣੀਆਂ ਚਾਹੀਦੀਆਂ ਸਨ, ਪਰ ਅਜਿਹਾ ਨਹੀਂ ਹੋਇਆ। ਡੰਡੀ ਇਸ ਦਾ ਮੁੱਖ ਕਾਰਨ ਇਹ ਹੈ ਕਿ ਪੈਟਰੋਲ ਅਤੇ ਡੀਜ਼ਲ ਉੱਤੇ ਕੇਂਦਰ ਸਰਕਾਰ ਆਬਕਾਰੀ ਡਿਊਟੀ ਅਤੇ ਰਾਜ ਸਰਕਾਰਾਂ ਵੈਟ ਲਗਾਉਂਦੀਆਂ ਹਨ। ਡੰਡੀ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਮਤਲਬ ਇਹ ਹੋ ਗਿਆ ਹੈ ਕਿ ਸਰਕਾਰੀ ਖਜ਼ਾਨੇ ਭਰੇ ਜਾ ਰਹੇ ਹਨ ਕਿਉਂਕਿ ਟੈਕਸਾਂ ਵਿੱਚ ਭਾਰੀ ਵਾਧਾ ਹੋਇਆ ਹੈ। ਡੰਡੀ ਇੱਕ ਅਨੁਮਾਨ ਅਨੁਸਾਰ ਕਰੋਨਾ ਦੌਰਾਨ ਲਗਾਏ ਆਬਕਾਰੀ ਸੈਸ ਕਰਕੇ ਹੀ ਕੇਂਦਰ ਨੂੰ ਸਾਲ ਅੰਦਰ 1.60 ਲੱਖ ਕਰੋੜ ਰੁਪਏ ਦਾ ਵਾਧੂ ਪੈਸਾ ਮਿਲੇਗਾ। ਡੰਡੀ ਕੇਂਦਰ ਸਰਕਾਰ ਨੇ GST ਨੂੰ ਦੇਸ਼ ਦੇ ਸਭ ਤੋਂ ਵੱਡੇ ਟੈਕਸ ਸੁਧਾਰਾਂ ਦੇ ਰੂਪ ਵਿੱਚ ਪ੍ਰਚਾਰਿਆ ਸੀ, ਪਰ ਪੈਟਰੋਲ ਅਤੇ ਡੀਜ਼ਲ ਨੂੰ ਇਸ ਤੋਂ ਬਾਹਰ ਰੱਖਿਆ ਹੋਇਆ ਹੈ ਕਿਉਂਕਿ ਖੁਦ ਦੇ ਖਜ਼ਾਨੇ ਉੱਤੇ ਅਸਰ ਪੈਂਦਾ ਹੈ। ਡੰਡੀ ਕੇਂਦਰ ਅਤੇ ਰਾਜ ਸਰਕਾਰਾਂ ਦੇ ਟੈਕਸ ਕਰਕੇ ਪੈਟਰੋਲ ਅਤੇ ਡੀਜ਼ਲ ਦੀਆਂ ਅਸਲ ਕੀਮਤਾਂ ਨਾਲੋਂ ਟੈਕਸ ਜ਼ਿਆਦਾ ਹੋ ਚੁੱਕੇ ਹਨ। ਡੰਡੀ ਕੇਂਦਰ ਸਰਕਾਰ ਦੀ ਆਬਕਾਰੀ ਡਿਊਟੀ ਨਾਲ ਹੀ ਪੈਟਰੋਲ 32 ਰੁਪਏ ਅਤੇ ਡੀਜ਼ਲ
रुपए प्रति लीटर महंगा है। डैंडी ਵੱਖ-ਵੱਖ ਰਾਜਾਂ ਦਾ ਵੈਟ ਇਸ ਨੂੰ ਹੋਰ ਮਹਿੰਗਾ ਕਰ ਰਿਹਾ ਹੈ। ਡੈਂਡੀ ਇਸ ਕਰਕੇ ਕੱਚੇ ਤੇਲ ਦੀ ਕੀਮਤ ਘਟਣ ਦੇ ਬਾਵਜੂਦ ਖਪਤਕਾਰਾਂ ਨੂੰ ਲਾਭ ਨਹੀਂ ਪਹੁੰਚਦਾ। ਡੈਂਡੀ ਸਰਕਾਰ ਦੀ ਆਪਣੇ ਖਜ਼ਾਨੇ ਭਰਨ ਦੀ ਇਹ ਨੀਤੀ ਲੋਕ ਪੱਖੀ ਨਹੀਂ ਕਹੀ ਜਾ ਸਕਦੀ। ਡੰਡੀ ਸਟਾਰਟ। ਭੂਮੀ ਖੋਰ ਜਲ ਸੈਲਾਬ ਨਵਾਂ ਅਤੇ ਘੱਟ ਚਰਚਿਤ ਵਿਸ਼ਾ ਹੈ। ਡੈਂਡੀ ਮਨੁੱਖ ਦੀਆਂ ਕੁਦਰਤ ਵਿਰੋਧੀ ਸਰਗਰਮੀਆਂ ਅਤੇ ਵਰਤੇ ਗਏ ਕੁਦਰਤੀ ਸੋਮਿਆਂ ਦੀ ਮੁੜ ਭਰਪਾਈ ਨਾ ਕਰਨ ਕਾਰਨ ਧਰਤੀ ਦਾ ਖੁਰਚਿਆ ਜਾਣਾ ਅਤੇ ਭੂਮੀ ਦੇ ਕਣਾਂ ਦਾ ਪਾਣੀ ਹਵਾ ਗਤੀ ਜਾਂ ਜੀਵਕ ਗਤੀਵਿਧੀਆਂ ਦੁਆਰਾ ਨਿਖੜ ਕੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣ ਨੂੰ ਭੂਮੀ ਖੋਰ ਆਖਦੇ ਹਨ। ਡੰਡੀ ਸੀਮਤ ਅਤੇ ਸਾਧਾਰਨ ਭੂਮੀ ਖੋਰ ਕੁਦਰਤ ਦੀ ਆਮ ਪ੍ਰਕਿਰਿਆ ਹੈ। ਇਹ ਨੁਕਸਾਨਦਾਇਕ ਵੀ ਨਹੀਂ ਸੀ। ਡੰਡੀ ਕੁਦਰਤ ਹੀ ਭੂ-ਬਣਤਰ ਅਤੇ ਢਾਲੂ ਸਤਹ ਕਾਰਨ ਖੋਰ ਤਾਂ ਲਗਾਤਾਰ ਜਾਰੀ ਰਹਿੰਦੀ ਹੈ, ਪਰ ਬਹੁਤ ਸੀਮਤ ਅਤੇ ਧੀਮੀ ਹੋਣ ਕਾਰਨ ਇਹ ਕੁਦਰਤੀ ਹੈ। ਡੰਡੀ ਭੂਮੀ ਖੋਰ ਅੱਗੇ ਵੀ ਜਾਰੀ ਰਹੇਗੀ। ਡੰਡੀ ਪੂਰੀ ਤਰ੍ਹਾਂ ਕੱਜੀ ਜਾਂ ਭੂਮੀ ਖੋਰ ਰੋਕੂ ਕਾਰਜਾਂ ਕਾਰਨ ਇਹ ਸੀਮਤ ਅਤੇ ਕਹਿਣੇ ਵਿੱਚ ਹੁੰਦੀ ਹੈ, ਜਿਸ ਨੂੰ ਬੰਦੇ ਨੇ ਆਪਣੀਆਂ ਲਾਲਸੀ ਕਿਰਿਆਵਾਂ ਨਾਲ ਤੀਬਰ ਕਰ ਦਿੱਤਾ ਹੈ। ਡੰਡੀ ਧਰਤੀ ਦੇ ਜਿਸ ਹਿੱਸੇ ਵਿੱਚ ਫਸਲਾਂ ਪੈਦਾ ਹੁੰਦੀਆਂ ਹਨ ਉਹ ਉੱਪਰਲੀ ਬਾਰੀਕ ਮਿੱਟੀ ਦੀ ਪਰਤ ਸਿਰਫ 9 ਇੰਚ ਹੁੰਦੀ ਹੈ। ਡੰਡੀ ਇਹ ਮਹੀਨ ਮਿੱਟੀ ਹਜ਼ਾਰਾਂ ਸਾਲਾਂ ਵਿੱਚ ਪਥਰਾਟਾਂ ਤੋਂ ਬਣੀ ਹੁੰਦੀ ਹੈ। ਡੰਡੀ ਮਿੱਟੀ ਦੀ 1 ਇੰਚ ਪਰਤ ਤਿਆਰ ਹੋਣ ਵਿੱਚ 1000 ਵਰ੍ਹਾ ਲੱਗ ਜਾਂਦਾ ਹੈ ਅਤੇ ਕੁਦਰਤੀ ਤੌਰ 'ਤੇ ਜ਼ਰਖੇਜ਼ ਹੋਣ ਵਿੱਚ 3 ਸਦੀਆਂ ਲੱਗ ਜਾਂਦੀਆਂ ਹਨ। ਡੰਡੀ ਮਿੱਟੀ ਦੀਆਂ ਉਪਜਾਊ ਪਰਤਾਂ ਨੂੰ ਸਿਰਜਣ ਅਤੇ ਫਿਰ ਸੰਭਾਲਣ ਵਿੱਚ ਬਨਸਪਤੀ ਦਾ ਵੱਡਾ ਯੋਗਦਾਨ ਹੈ। ਡੰਡੀ ਇਹ ਮਿੱਟੀ ਸਾਡੀ ਖੇਤੀ ਦਾ ਆਧਾਰ ਹੈ। ਡੰਡੀ ਬਨਸਪਤੀ ਵਾਲੇ ਖਾਦ ਪਦਾਰਥਾਂ ਦਾ ਸਾਰਾ ਦਾਰੋਮਦਾਰ ਇਸੇ ਪਰਤ 'ਤੇ ਟਿਕਿਆ ਹੋਇਆ ਹੈ। ਡੰਡੀ ਧਰਤੀ ਦੀ ਉੱਪਰਲੀ ਜ਼ਰਖੇਜ਼ ਮਿੱਟੀ ਹਰ ਸਾਲ 6 ਕਰੋੜ ਟਨ ਦੇ ਹਿਸਾਬ ਨਾਲ ਜਲ ਕੁੰਡਾਂ ਅਤੇ ਸਮੁੰਦਰਾਂ ਨੂੰ ਜਾ ਰਹੀ ਹੈ। ਡੰਡੀ ਜੇ ਹਰ ਹਫ਼ਤੇ 1 ਹੈਕਟੇਅਰ ਵਿੱਚੋਂ 1 ਘਣ ਮੀਟਰ ਪਰਤ ਰੁੜ੍ਹਦੀ ਰਹੇ ਅਤੇ ਇਹ ਕਿਰਿਆ 1 ਪੀੜ੍ਹੀ ਅਰਥਾਤ 25 ਵਰ੍ਹੇ ਤੱਕ ਜਾਰੀ ਰਹੇ ਤਾਂ ਕਰੀਬ 28 ਸੈਂਟੀਮੀਟਰ ਉਤਲੀ ਤਹਿ ਰੁੜ੍ਹ ਖੁਰ ਜਾਵੇਗੀ। ਡੰਡੀ ਭਾਰਤ ਨੂੰ ਦਰਪੇਸ਼ ਵੱਡੇ ਖਤਰਿਆਂ ਵਿੱਚੋਂ ਹੁਣ ਸਭ ਤੋਂ ਵੱਡਾ ਖਤਰਾ ਉਸ ਉੱਪਰਲੀ ਤਹਿ ਦੇ ਖੁਰਨ ਦਾ ਵੀ ਹੈ। ਡੰਡੀ ਦੇਸ਼ ਦਾ ਕਰੀਬ ਅੱਧ ਭੂਮੀ ਖੋਰ ਹੇਠਾਂ ਆ ਚੁੱਕਾ ਹੈ। ਡੰਡੀ ਦਰਅਸਲ ਜਿਉਂ-ਜਿਉਂ ਮਨੁੱਖ ਦੀ ਲੋੜ ਪਰ ਲਾਲਸਾ ਵੱਧਦੀ ਗਈ ਭੂਮੀ ਖੋਰ ਵੀ ਵੱਧਦੀ ਗਈ। ਡੰਡੀ ਮੁੱਖ ਤੌਰ 'ਤੇ ਹਵਾ ਦੀ ਬਜਾਏ ਬਹੁਤੀ ਭੂਮੀ ਖੋਰ ਪਾਣੀ ਨਾਲ ਹੋ ਰਹੀ ਹੈ। ਡੰਡੀ ਵੀਰਾਨ ਅਤੇ ਰੁੱਖ ਵਿਹੂਣੀ 1 ਹੈਕਟੇਅਰ ਭੂਮੀ ਹਰ ਵਰ੍ਹੇ 30 ਟਨ ਮਿੱਟੀ ਗੁਆ ਬਹਿੰਦੀ ਹੈ। ਡੰਡੀ ਜਦੋਂ ਪਾਣੀ ਢਲਾਣ ਤੋਂ ਉਤਰਦਾ ਹੈ ਉੱਥੇ ਜੋ ਧਰਤੀ ਨੰਗੀ ਹੋਵੇ ਜਾਂ ਮੂਹਰੇ ਅੜਿੱਕੇ ਨਾ ਹੋਣ ਤਾਂ ਜੋ ਇਸ ਦੀ ਗਤੀ ਦੁੱਗਣੀ ਹੋ ਜਾਵੇ ਤਾਂ ਭੂਮੀ ਦੀ ਕੱਟ ਵੱਢ 4 ਗੁਣਾ ਹੋ ਜਾਂਦੀ ਹੈ ਅਤੇ ਇਸ ਗਤੀ ਉੱਤੇ ਮਾਦਾ ਚੁੱਕਣ ਦੀ ਸਮਰੱਥਾ 32 ਗੁਣਾ ਅਤੇ ਰੋੜ ਸਮਰੱਥਾ 64 ਗੁਣਾ ਹੋ ਜਾਂਦੀ ਹੈ। ਡੰਡੀ ਸਟਾਰਟ।
ਬਾਕੀ ਸ਼ਹਿਰਾਂ ਵਾਂਗ ਸਾਡੇ ਸ਼ਹਿਰ ਵਿੱਚ ਵੀ ਨਗਰ ਨਿਗਮ ਦੀਆਂ ਚੋਣਾਂ ਕਾਰਨ ਪੂਰਾ ਰੌਲਾ ਰੱਪਾ ਪਿਆ ਹੋਇਆ ਸੀ। ਡੰਡੀ ਉਮੀਦਵਾਰ ਆਪੋ ਆਪਣੀ ਜਿੱਤ ਲਈ ਪੂਰੀ ਨੱਠ ਭੱਜ ਕਰ ਰਹੇ ਸਨ। ਆਪੋ ਆਪਣੇ ਸਮਰਥਕਾਂ ਨਾਲ ਘਰ ਘਰ ਜਾ ਰਹੇ ਸਨ। ਡੰਡੀ ਇਸ ਤੋਂ ਬਿਨਾਂ ਵੋਟਰਾਂ ਦੀਆਂ ਸਾਕ ਸਕੀਰੀਆਂ ਦੀ ਪੜਤਾਲ ਕਰਕੇ ਉਹਨਾਂ ਤੱਕ ਪਹੁੰਚ ਕੀਤੀ ਜਾ ਰਹੀ ਸੀ। ਡੰਡੀ ਜਿੱਤ ਯਕੀਨੀ ਬਣਾਉਣ ਲਈ ਹਰ ਉਮੀਦਵਾਰ ਪੂਰੀ ਵਾਹ ਲਾ ਰਿਹਾ ਹੈ। ਡੰਡੀ ਸਾਡੀ ਭਾਣਜੀ ਸ਼ਹਿਰ ਦੇ ਨਾਲ ਲੱਗਦੇ ਪਿੰਡ ਵਿਆਹੀ ਹੋਈ ਹੈ। ਡੰਡੀ ਉਹਨਾਂ ਦੀ ਰਿਹਾਇਸ਼ ਪਿੰਡ ਤੋਂ ਬਾਹਰ ਖੇਤਾਂ ਵਿੱਚ ਹੋਣ ਕਰਕੇ ਉਹਨਾਂ ਦੇ ਘਰ ਸ਼ਹਿਰ ਦੇ ਇੱਕ ਵਾਰਡ ਵਿੱਚ ਪੈਂਦੇ ਹਨ। ਡੰਡੀ ਇਉਂ ਉਮੀਦਵਾਰਾਂ ਨੂੰ ਖੇਤਾਂ ਵਿੱਚ ਜਾ ਕੇ ਉਹਨਾਂ ਤੱਕ ਪਹੁੰਚ ਕਰਨੀ ਪੈਂਦੀ ਹੈ। ਡੰਡੀ ਇਸ ਵਾਰ ਉਸ ਨੂੰ ਮਿਲਣ ਗਏ ਤਾਂ ਚਾਹ ਪਾਣੀ ਤੋਂ ਬਾਅਦ ਜਿਵੇਂ ਅਕਸਰ ਹਰ ਥਾਂ ਹੁੰਦਾ ਹੈ ਗੱਲਾਂ ਕਿਸਾਨੀ ਸੰਘਰਸ਼ ਬਾਰੇ ਤੁਰ ਪਈਆਂ। ਡੰਡੀ ਉਹ ਦੱਸਣ ਲੱਗ ਪਏ ਕਿ ਕਿਸ ਤਰ੍ਹਾਂ ਉਹਨਾਂ ਦੇ ਪਿੰਡ ਦੀ ਪੰਚਾਇਤ ਨੇ ਮਤਾ ਪਾਇਆ ਕਿ ਹਰ ਘਰ ਦਾ ਬੰਦਾ ਕਿਸਾਨੀ ਸੰਘਰਸ਼ ਵਿੱਚ ਦਿੱਲੀ ਜਾਵੇਗਾ। ਡੰਡੀ ਸਾਰੇ ਘਰਾਂ ਨੂੰ ਗਰੁੱਪਾਂ ਵਿੱਚ ਵੰਡਿਆ ਗਿਆ ਹੈ ਜੋ ਵਾਰੀ ਸਿਰ ਧਰਨੇ ਵਿੱਚ ਜਾਣਗੇ ਅਤੇ ਜਾਣ ਸਮੇਂ ਲੋੜੀਂਦੀਆਂ ਵਸਤਾਂ ਵੀ ਲੈ ਕੇ ਜਾਣਗੇ। ਡੰਡੀ ਪੰਚਾਇਤ ਦੇ ਮਤਿਆਂ ਤੋਂ ਬਿਨਾਂ ਲੋਕਾਂ ਵੱਲੋਂ ਆਪਣੇ ਤੌਰ 'ਤੇ ਪਾਏ ਜਾ ਰਹੇ ਯੋਗਦਾਨ ਬਾਰੇ ਵੀ ਗੱਲਾਂ ਹੁੰਦੀਆਂ ਰਹੀਆਂ। ਡੰਡੀ ਸਾਰੇ ਇਸ ਗੱਲ 'ਤੇ ਸਹਿਮਤ ਸਨ ਕਿ ਕਿਸਾਨ ਜਥੇਬੰਦੀਆਂ ਅਤੇ ਸਮਰਥਕਾਂ ਵੱਲੋਂ ਕੀਤਾ ਪ੍ਰਚਾਰ ਕਿਸ ਤਰ੍ਹਾਂ ਆਮ ਲੋਕਾਂ ਨੂੰ ਵੀ ਇਹ ਸਮਝਾਉਣ ਵਿੱਚ ਸਫਲ ਰਿਹਾ ਹੈ ਕਿ ਖੇਤੀਬਾੜੀ ਨਾਲ ਸੰਬੰਧਿਤ ਤਿੰਨੇ ਕਾਲੇ ਕਾਨੂੰਨ ਸਿਰਫ ਕਿਸਾਨਾਂ ਦੇ ਹੀ ਖਿਲਾਫ ਨਹੀਂ ਸਗੋਂ ਆਮ ਲੋਕਾਂ ਦੇ ਵੀ ਨੱਕ ਵਿੱਚ ਦਮ ਕਰ ਦੇਣਗੇ। ਡੰਡੀ ਨਾਲ ਇਹ ਗੱਲ ਵੀ ਉੱਭਰ ਕੇ ਸਾਹਮਣੇ ਆਈ ਕਿ ਇਸ ਕਿਸਾਨੀ ਸੰਘਰਸ਼ ਨੇ ਪਿੰਡਾਂ ਦੇ ਸੱਭਿਆਚਾਰ ਵਿੱਚ ਨਵੀਂ ਉਤਸ਼ਾਹ ਭਰੀ ਚੇਤਨਾ ਭਰ ਦਿੱਤੀ ਹੈ। ਡੰਡੀ ਸਭ ਬੱਚੇ ਨੌਜਵਾਨ ਔਰਤਾਂ ਅਤੇ ਬਜ਼ੁਰਗ ਹਰ ਕੋਈ ਇਹਨਾਂ ਧਰਨਿਆਂ ਵਿੱਚ ਸ਼ਾਮਲ ਹੋਣ ਲਈ ਕਾਹਲਾ ਹੈ। ਡੰਡੀ ਇਹਨਾਂ ਧਰਨਿਆਂ ਵਿੱਚ ਬੈਠ ਕੇ ਹਰ ਕੋਈ ਆਪਣੇ ਆਪ 'ਤੇ ਮਾਣ ਮਹਿਸੂਸ ਕਰਦਾ ਹੈ। ਡੰਡੀ ਧਰਨੇ 'ਤੇ ਲਗਾਤਾਰ ਰਹਿ ਕੇ ਕੁਝ ਦਿਨ ਲਈ ਆਏ ਰਿਸ਼ਤੇਦਾਰ ਨੇ ਦੱਸਿਆ ਕਿ ਜਿਸ ਤਰ੍ਹਾਂ ਦੂਜੇ ਰਾਜਾਂ ਦੇ ਕਿਸਾਨਾਂ ਦਾ ਹੁੰਗਾਰਾ ਮਿਲ ਰਿਹਾ ਹੈ ਇਹ ਵੀ ਇਸ ਕਰਕੇ ਹੀ ਸੰਭਵ ਹੋਇਆ ਹੈ ਕਿ ਕਿਸਾਨ ਜਥੇਬੰਦੀਆਂ ਦੂਜੇ ਰਾਜਾਂ ਦੇ ਲੋਕਾਂ ਨੂੰ ਵੀ ਕਾਲੇ ਕਾਨੂੰਨਾਂ ਦੀ ਅਸਲੀਅਤ ਦੱਸ ਕੇ ਉਹਨਾਂ ਨੂੰ ਆਪਣੇ ਨਾਲ ਤੋਰਨ ਵਿੱਚ ਸਫਲ ਰਹੀਆਂ ਹਨ। ਡੰਡੀ ਸੰਘਰਸ਼ ਦੌਰਾਨ ਆਉਂਦੀਆਂ ਮੁਸ਼ਕਲਾਂ ਨੂੰ ਕਿਸਾਨ ਲੀਡਰਾਂ ਨੇ ਆਪਣੇ ਢੰਗ ਨਾਲ ਨਜਿੱਠਿਆ ਹੈ। ਡੰਡੀ ਜਿਸ ਤਰ੍ਹਾਂ ਧਰਨੇ ਸ਼ਾਂਤਮਈ ਢੰਗ ਨਾਲ ਚਲਾਏ ਜਾ ਰਹੇ ਹਨ ਉਸ ਕਰਕੇ ਹੀ ਦੇਸ਼ ਵਿਦੇਸ਼ ਬੈਠੇ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਡੰਡੀ ਇਸ ਦੇ ਹੱਕ ਵਿੱਚ ਉੱਘੀਆਂ ਹਸਤੀਆਂ ਟਵੀਟ ਕਰ ਰਹੀਆਂ ਹਨ। ਡੰਡੀ ਸਟਾਰਟ ਜਦੋਂ ਲੋਕ ਅੰਗਰੇਜ਼ਾਂ ਵਿਰੁੱਧ ਅੰਦੋਲਨ ਕਰਦੇ ਸਨ। ਡੰਡੀ ਆਜ਼ਾਦੀ ਤੋਂ ਬਾਅਦ ਸਮਾਜਿਕ ਅਤੇ ਜਮਹੂਰੀ ਹੱਕਾਂ ਲਈ ਕੰਮ ਕਰਨ ਵਾਲੇ ਕਾਰਕੁਨਾਂ ਵਿਰੁੱਧ ਦੇਸ਼ ਧਰੋਹ ਦੇ ਮੁਕੱਦਮੇ ਦਾਇਰ ਕਰਨਾ ਸੰਵਿਧਾਨ ਦੀ ਅਵੱਗਿਆ ਹੈ। ਡੰਡੀ ਕਾਨੂੰਨੀ ਤੌਰ 'ਤੇ ਵੀ ਇਹ ਵੱਡਾ
ਵਿਰੋਧਾਭਾਸ ਹੈ ਕਿ ਸਰਕਾਰਾਂ ਜਿਨ੍ਹਾਂ ਕਾਨੂੰਨਾਂ ਨੂੰ ਵਰਤ ਕੇ ਵੱਡੀ ਗਿਣਤੀ ਵਿੱਚ ਕੇਸ ਦਰਜ ਕਰਦੀਆਂ ਹਨ ਉਹਨਾਂ ਤਹਿਤ ਦੋਸ਼ ਸਾਬਤ ਨਹੀਂ ਹੁੰਦੇ ਡੰਡੀ। ਇਹ ਇਹਨਾਂ ਕਾਨੂੰਨਾਂ ਦੀ ਦੁਰਵਰਤੋਂ ਦਾ ਸਭ ਤੋਂ ਵੱਡਾ ਸਬੂਤ ਹੈ ਡੰਡੀ। ਜਮਹੂਰੀ ਤਾਕਤਾਂ ਨੂੰ ਜਿੱਥੇ ਇਹਨਾਂ ਕਾਨੂੰਨਾਂ ਦਾ ਸਾਹਮਣਾ ਕਰਦਿਆਂ ਆਪਣੇ ਕਾਰਕੁਨਾਂ ਦੀ ਰਾਖੀ ਲਈ ਅਮਲੀ ਲੜਾਈ ਲੜਨੀ ਪੈਣੀ ਹੈ, ਉੱਥੇ ਇਹਨਾਂ ਕਾਨੂੰਨਾਂ ਵਿੱਚ ਲੋਕ ਰਾਏ ਲਾਮਬੰਦ ਕਰਨਾ ਵੀ ਓਨੀ ਹੀ ਜ਼ਰੂਰੀ ਹੈ ਡੰਡੀ। ਇਸ ਲਈ ਕਾਨੂੰਨਦਾਨਾਂ, ਵਕੀਲਾਂ, ਨਿਆਂ ਸ਼ਾਸਤਰੀਆਂ, ਸਮਾਜਿਕ ਕਾਰਕੁਨਾਂ ਅਤੇ ਜਮਹੂਰੀ ਜਥੇਬੰਦੀਆਂ ਦੇ ਤਾਲਮੇਲ ਦੀ ਜ਼ਰੂਰਤ ਹੈ ਡੰਡੀ। ਪਾਰਾ ਗੱਲਾਂ ਅਜੇ ਚੱਲ ਰਹੀਆਂ ਸਨ ਕਿ ਇੱਕ ਪਾਰਟੀ ਦੇ 10 ਕੁ ਬੰਦੇ ਵੋਟਾਂ ਲਈ ਕਹਿਣ ਉਹਨਾਂ ਦੇ ਘਰ ਆ ਗਏ ਡੰਡੀ। ਇਸ ਤੋਂ ਪਹਿਲਾਂ ਕਿ ਉਹ ਆਪਣੀ ਗੱਲ ਕਹਿੰਦੇ, ਪਰਿਵਾਰ ਦਾ 5 ਕੁ ਸਾਲ ਦਾ ਲੜਕਾ ਜੋ ਸਾਡੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਿਹਾ ਸੀ, ਭੱਜ ਕੇ ਵੋਟਾਂ ਬਾਰੇ ਆਖਣ ਆਇਆਂ ਦੇ ਅੱਗੇ ਹੋ ਕੇ ਖੜ ਗਿਆ ਡੰਡੀ। ਬੜੇ ਦਾਣਿਆਂ ਵਾਂਗ ਪੁੱਛਣ ਲੱਗਾ, ਤੁਸੀਂ ਵੋਟਾਂ ਮੰਗਣ ਆਏ ਆ ਡੰਡੀ। ਉਹਨਾਂ ਦੇ ਹਾਂ ਕਹਿਣ 'ਤੇ ਮੁੰਡਾ ਗੁੱਸੇ ਨਾਲ ਮੂੰਹ ਫੁਲਾਉਂਦਾ ਪੂਰੇ ਕਰਾਰ ਨਾਲ ਆਕੜ ਕੇ ਪਿਆ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਵੋਟਾਂ ਮੰਗਦਿਆਂ ਨੂੰ ਕਿਸਾਨ ਤਾਂ ਧਰਨਿਆਂ 'ਤੇ ਬੈਠੇ ਆ, ਤੁਹਾਨੂੰ ਵੋਟਾਂ ਦੀ ਪਈ ਐ ਡੰਡੀ। ਉਹਦੀ ਮਾਂ ਉਸ ਨੂੰ ਮਸਾਂ ਫੜ ਕੇ ਅੰਦਰ ਲੈ ਕੇ ਗਈ ਡੰਡੀ। ਵੋਟਾਂ ਵਾਲੇ ਵੀ ਨਿੰਮੋ ਝੁਣੇ ਜਿਹੇ ਹੋ ਕੇ ਛੇਤੀ ਛੇਤੀ ਆਪਣੀ ਗੱਲ ਕਹਿ ਕੇ ਤੁਰ ਗਏ ਡੰਡੀ। ਭਰਾ ਮਗਰੋਂ ਅਸੀਂ ਉਸ ਬੱਚੇ ਨੂੰ ਆਪਣੇ ਕੋਲ ਸੱਦ ਕੇ ਪੁੱਛਣ ਲੱਗ ਪਏ, ਜਦੋਂ ਤੇਰੇ ਪਾਪਾ ਧਰਨੇ 'ਤੇ ਦਿੱਲੀ ਗਏ ਸੀ, ਤੁਸੀਂ ਨਾਲ ਕਿਉਂ ਨਹੀਂ ਗਏ ਡੰਡੀ? ਅਸਲ ਵਿੱਚ ਉਸ ਵੇਲੇ ਮੇਰੇ ਕੋਲ ਨਾ ਪੈਸੇ ਨਹੀਂ ਸਨ ਡੰਡੀ। ਮੇਰੀ ਬੱਕਰੀ ਉਸ ਦੇ ਸ਼ੌਂਕ ਕਰਕੇ ਘਰ ਵਿੱਚ ਬੱਕਰੀ ਰੱਖੀ ਹੋਈ ਸੀ, ਸੂਣ ਵਾਲੀ ਸੀ ਡੰਡੀ। ਹੁਣ ਉਸਨੇ 2 ਮੇਮਣੇ ਦਿੱਤੇ ਆ ਡੰਡੀ। ਮੈਂ ਹੁਣ ਉਹ ਵੇਚ ਦੇਣੀ ਆ, ਨਾਲੇ ਜਿਹੜੀ ਵੱਛੀ ਢੁੱਡਾਂ ਮਾਰਦੀ ਹੈ ਉਹ ਵੀ ਵੇਚ ਦੇਣੀ ਐ ਡੰਡੀ। ਇੱਕ ਮੈਂ ਪਾਪੇ ਨੂੰ ਕਿਹਾ ਕਿ ਅਸੀਂ ਜਮੀ ਵੱਢ ਕੇ ਮੰਡੀ ਵੇਚ ਆ ਡੰਡੀ, ਫਿਰ ਨਾ ਮੇਰੇ ਕੋਲ ਬਹੁਤ ਸਾਰੇ ਪੈਸੇ ਹੋ ਜਾਣੇ ਡੰਡੀ। ਮੈਂ ਫਿਰ ਜਾਊਂਗਾ ਧਰਨੇ 'ਤੇ, ਨਾਲੇ ਉਹ ਸਾਰੇ ਪੈਸੇ ਕਿਸਾਨਾਂ ਨੂੰ ਦੇ ਕੇ ਆਊਂਗਾ ਡੰਡੀ। ਬੱਚੇ ਦੇ ਮੂੰਹ ਵੱਲ ਬਿੱਟ ਬਿੱਟ ਤੱਕਦਿਆਂ ਮੈਂ ਉਸ ਨੂੰ ਅਗਲਾ ਸਵਾਲ ਕੀਤਾ, ਫਿਰ ਮਿੱਠੂ ਧਰਨੇ 'ਤੇ ਕਿਹਦੇ ਨਾਲ ਜਾਵੇਂਗਾ ਡੰਡੀ? ਜਿਵੇਂ ਪਹਿਲਾਂ ਹੀ ਉਸ ਨੇ ਜਵਾਬ ਸੋਚ ਰੱਖਿਆ ਸੀ, ਪੂਰੇ ਵਿਸ਼ਵਾਸ ਨਾਲ ਆਖਣ ਲੱਗਾ, ਸਾਡੇ ਬਾਕੀ ਸਾਰੇ ਘਰ ਦੇ ਤਾਂ ਪਹਿਲਾਂ ਹੀ ਜਾ ਆਏ, ਬਸ ਮਾਸੀ ਨਹੀਂ ਗਈ ਡੰਡੀ। ਮੈਂ ਤੇ ਮਾਸੀ ਜਾਵਾਂਗੇ ਪਿੰਡ ਵਾਲੀ ਟਰਾਲੀ ਵਿੱਚ ਬੈਠ ਕੇ ਡੰਡੀ। ਮੈਂ ਤਾਂ ਨਾਲ ਵੱਡੀ ਸਾਰੀ ਡਾਂਗ ਵੀ ਲੈ ਕੇ ਜਾਊਂਗਾ ਡੰਡੀ। ਜਿਹੜਾ ਬੰਦਾ ਕਿਸਾਨਾਂ ਦੀ ਗੱਲ ਨਹੀਂ ਮੰਨ ਰਿਹਾ, ਮਾਰ ਕੇ ਡਾਂਗ ਉਹਦੀ ਲੱਤ ਤੋੜੂ ਡੰਡੀ, ਫਿਰ ਵੇਖੀ ਮੰਨਦਾ ਡੰਡੀ। ਬੱਚੇ ਦੀਆਂ ਗੱਲਾਂ ਸੁਣ ਕੇ ਲੱਗਿਆ, ਕਿਸਾਨਾਂ ਦੇ ਸੰਘਰਸ਼ ਦੀਆਂ ਜੜ੍ਹਾਂ ਤਾਂ ਮੇਰੀ ਸੋਚ ਤੋਂ ਵੀ ਕਿਤੇ ਡੂੰਘੀਆਂ ਲੱਗ ਗਈਆਂ ਹਨ ਡੰਡੀ। ਛੋਟੇ ਜਿਹੇ ਬੱਚੇ ਜੇ ਇੰਨੀ ਸ਼ਿੱਦਤ ਨਾਲ ਜਿਸ ਸੰਘਰਸ਼ ਨਾਲ ਜੁੜੇ ਹੋਣ, ਉਹ ਕਿਵੇਂ ਹਾਰ ਸਕਦਾ ਡੰਡੀ। ਪਹਿਲੀ ਸਟੇਜ ਵਿੱਚ ਜਦ ਮੀਂਹ ਦੀਆਂ ਬੂੰਦਾਂ
ਨੰਗੀ ਧਰਤੀ ਉੱਤੇ ਪੈਂਦੀਆਂ ਹਨ ਤਾਂ ਇਹ ਭੂਮੀ ਕਣਾਂ ਨੂੰ ਨਿਖੇੜ ਕੇ 2 ਤੋਂ 5 ਫੁੱਟ ਦੀ ਦੂਰੀ 'ਤੇ ਲਿਜਾ ਕੇ ਸੁੱਟ ਦਿੰਦੀਆਂ ਹਨ। ਡੰਡੀ ਦੂਸਰੀ ਸਟੇਜ ਉੱਤੇ ਇਹ ਕਣ ਵਹਿ ਕੇ ਜਾਂ ਧਰਤੀ ਉੱਪਰਲੀ ਮਹੀਨ ਪਰਤ ਤੋਂ ਹੋ ਕੇ ਵਹਿ ਤੁਰਦੀ ਹੈ। ਡੰਡੀ ਇਸ ਬਰੀਕ ਪਰਤ ਦੀ ਖੁਰਚਾਈ ਦਿਸਦੀ ਨਹੀਂ, ਪਰ ਇੱਕ ਅੱਧ ਦਹਾਕੇ ਬਾਅਦ ਇਸ ਦੀ ਘਾਟ ਰੜਕਣ ਲੱਗ ਪੈਂਦੀ ਹੈ। ਡੰਡੀ ਇਸ ਤੋਂ ਅਗਲਾ ਕਦਮ ਧਾਰਵੀ ਖੋਰ ਹੁੰਦੀ ਹੈ। ਜਦ ਧਰਤੀ ਉੱਤੇ ਪੰਜਿਆਂ ਵਰਗੀਆਂ ਧਰਾਵਾਂ ਬਣ ਜਾਂਦੀਆਂ ਹਨ। ਡੰਡੀ ਪਾਣੀ ਦਾ ਲਗਾਤਾਰ ਵਹਿਣ ਉਂਗਲਾਂ ਵਰਗੀਆਂ ਨਾਲੀਆਂ ਉਸਾਰ ਕੇ ਭੂਮੀ ਖੋਰ ਕਰਦਾ ਹੈ, ਜਿਸ ਨਾਲ ਉਪਜਾਊ ਪਰਤਾਂ ਰੁੜ ਜਾਂਦੀਆਂ ਹਨ। ਡੰਡੀ ਤੀਜੀ ਧਾਰਾ ਚੁਵਾਈਆਂ ਦਾ ਉਸਾਰ ਹੁੰਦੀ ਹੈ। ਡੰਡੀ ਪਾਣੀ ਦੀ ਤੇਜ਼ ਗਤੀ 2 ਕੁ ਸਾਲਾਂ ਵਿੱਚ ਹੀ ਨਾਲੀਆਂ ਦੀ ਉਸਾਰੀ ਕਰ ਦਿੰਦੀ ਹੈ। ਡੰਡੀ ਇਸ ਤੋਂ ਅਗਾਂਹ ਖੁਰ ਕੇ ਚੌੜੀਆਂ ਤੇ ਡੂੰਘੀਆਂ ਹੋ ਕੇ ਖਾਈਆਂ ਬਣ ਜਾਂਦੀਆਂ ਹਨ। ਡੰਡੀ ਬਰਫਾਨੀ ਹਵਾਈ ਤੇ ਡਿੱਗਣ ਵਾਲੀਆਂ ਹੋਰ ਵੀ ਕਈ ਕਿਸਮਾਂ ਭੂਮੀ ਖੋਰ ਦੀਆਂ ਹਨ, ਪਰ ਡੂੰਘੀਆਂ ਖਾਈਆਂ ਅਤੇ ਜਲ ਸਲਾਬ ਇਸ ਦਾ ਵਿਰਾਟ ਰੂਪ ਹਨ। ਡੰਡੀ ਪਾਰਾ ਭੂਮੀ ਖੋਰ 2 ਕਿਸਮ ਦਾ ਹੁੰਦਾ ਹੈ, ਕੁਦਰਤੀ ਸਹਿਜ ਅਤੇ ਵਧਿਆ ਹੋਇਆ ਮਨੁੱਖੀ ਆਪ ਹੁਦਰੀਆਂ ਕਾਰਨ। ਡੰਡੀ ਜਦੋਂ ਭੂਮੀ ਖੋਰ ਦੀ ਦਰ ਭੂਮੀ ਬਣਤਰ ਦੀ ਦਰ ਤੋਂ ਘੱਟ ਜਾਂ ਬਰਾਬਰ ਹੋਵੇ ਤਾਂ ਇਸ ਨੂੰ ਕੁਦਰਤੀ ਜਾਂ ਸਹਿਜ ਕਿਹਾ ਜਾਂਦਾ ਹੈ, ਪਰ ਇਹ ਉਸੇ ਹਾਲਤ ਵਿੱਚ ਹੁੰਦਾ ਹੈ ਜਦ ਭੂਮੀ ਬਨਸਪਤੀ ਨਾਲ ਪੂਰੀ ਤਰ੍ਹਾਂ ਢੱਕੀ ਹੋਈ ਹੋਵੇ। ਡੰਡੀ ਉਂਝ ਹੁਣ ਅਜਿਹਾ ਨਹੀਂ ਹੈ। ਡੰਡੀ ਮਨੁੱਖੀ ਲੋੜਾਂ ਅਤੇ ਲਾਲਸਾ ਕਾਰਨ ਭੂਮੀ ਨੰਗ ਧੜੰਗੀ ਕਰ ਦਿੱਤੀ ਗਈ ਹੈ। ਡੰਡੀ ਉਸ ਦੀ ਵਰਤੋਂ ਵੀ ਉਸ ਦੀ ਯੋਗਤਾ ਅਨੁਸਾਰ ਨਹੀਂ ਹੋ ਰਹੀ, ਜਿਸ ਕਾਰਨ ਭੂਮੀ ਖੋਰ ਅਤੇ ਮਾਰੂਥਲ ਬਣਨ ਦੀ ਪ੍ਰਕਿਰਿਆ ਵੱਧ ਰਹੀ ਹੈ। ਡੰਡੀ ਅਨਾਜ ਕੋਠੜੀ ਪੰਜਾਬ ਦਾ ਹਾਲ ਵੀ ਚੰਗਾ ਨਹੀਂ। ਡੰਡੀ ਇਸ ਦਾ ਦੱਖਣੀ ਹਿੱਸਾ ਜਿੱਥੇ ਹਵਾ ਖੋਰ ਦਾ ਸ਼ਿਕਾਰ ਹੈ, ਉੱਥੇ ਕੇਂਦਰੀ ਪੰਜਾਬ ਵਿੱਚ ਉੱਪਰਲੀ ਪਰਤ ਦੀ ਖੁਰਚਾਈ ਹੋ ਰਹੀ ਹੈ। ਡੰਡੀ ਨਦੀ ਨਾਲੇ ਕੰਢੇ ਅਤੇ ਆਧਾਰ ਖੋਰ ਰਹੇ ਹਨ। ਡੰਡੀ ਕੰਢੀ ਖੇਤਰ ਬੁਰੀ ਤਰ੍ਹਾਂ ਕੱਟ ਵੱਢ ਦਾ ਸ਼ਿਕਾਰ ਹੈ। ਡੰਡੀ ਇਕੱਲੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਜਿੱਥੇ ਸੰਨ 1852 ਵਿੱਚ 48206 ਏਕੜ ਰਕਬਾ ਭੂਮੀ ਖੋਰ ਅਤੇ ਚੋਆਂ ਦੀ ਮਾਰ ਹੇਠ ਸੀ। 1897 ਵਿੱਚ 94236 ਏਕੜ ਅਤੇ 1936 ਵਿੱਚ ਇਹ 1.5 ਲੱਖ ਏਕੜ ਤੋਂ ਵੀ ਉੱਪਰ ਹੋ ਗਿਆ ਸੀ। ਡੰਡੀ ਉੱਤਰਾਖੰਡ ਦੇ ਜਲ ਸੈਲਾਬਾਂ ਨੂੰ ਇਸੇ ਲਗਾਤਾਰਤਾ ਵਿੱਚ ਦੇਖਣ ਦੀ ਲੋੜ ਹੈ। ਡੰਡੀ ਪਹਾੜਾਂ ਦੇ ਰੁੰਡ ਮਰੁੰਡ ਹੋਣ ਨਾਲ ਹਾਲਾਤ ਵੱਧ ਤੋਂ ਬੱਤਰ ਹੋ ਗਏ ਹਨ। ਡੰਡੀ ਬਰਫ਼ ਅਤੇ ਮੀਂਹ ਭਾਵੇਂ ਅਸਾਵੇਂ ਪੈਂਦੇ ਹਨ, ਪਰ ਨੰਗੀ ਧਰਤੀ ਹੁਣ ਬਹੁ ਪਰਤੀ ਭੂਮੀ ਖੋਰ ਦੇ ਕੱਟ ਵੱਢ ਦੀ ਸ਼ਿਕਾਰ ਹੈ। ਡੰਡੀ ਮਨੁੱਖ ਵੱਲੋਂ ਕੁਦਰਤੀ ਜਲ ਵਹਿਣ ਮੱਲ ਲੈਣ ਕਾਰਨ ਹੜ੍ਹਾਂ ਦੀ ਭਿਆਨਕਤਾ ਵੀ ਵੱਧ ਗਈ ਹੈ। ਡੰਡੀ ਇਸ ਵਕਤ ਸ਼ਿਵਾਲਿਕ ਖਿੱਤੇ ਦਾ ਲਖੂਖਾ
ਹੈਕਟੇਅਰ ਖੇਤਰ ਭੂਮੀ ਖੋਰ ਹੇਠ ਹੈ ਡੰਡੀ। ਇਸ ਦਾ ਮੁੱਖ ਕਾਰਨ ਖੇਤਰ ਵਿਸ਼ੇਸ਼ ਦੇ ਭੂਗੋਲਿਕ ਹਾਲਾਤ ਹਨ, ਪਰ ਬਹੁਤਾ ਕਾਰਨ ਕੁਦਰਤੀ ਸੋਮਿਆਂ ਦਾ ਘਾਣ ਹੈ ਡੰਡੀ। ਦਰਅਸਲ ਪਹਾੜਾਂ, ਜੰਗਲਾਂ ਅਤੇ ਜਲ ਵਹਿਣਾਂ ਦਾ ਸਾਵਾਂਪਣ ਅਤੇ ਕੁਦਰਤੀ ਸੰਰਚਨਾ ਅਨੁਸਾਰ ਰਹਿਣਾ ਹੀ ਮਨੁੱਖੀ ਹੋਂਦ ਦੀ ਗਰੰਟੀ ਹੈ ਡੰਡੀ। ਜੇ ਮਿੱਟੀ ਅਤੇ ਪਾਣੀ ਹੈ ਤਦ ਹੀ ਬਨਸਪਤੀ ਜੰਗਲ ਹੈ ਡੰਡੀ। ਜੰਗਲ ਜੋ ਵਰਖਾ ਦੇ ਗਵਾਹ ਹਨ। ਵਰਖਾ ਪਾਣੀ ਦਾ ਮੁੱਢਲਾ ਸੋਮਾ ਹੈ ਡੰਡੀ। ਪਾਣੀ ਅਤੇ ਮਿੱਟੀ ਜੀਵਨ ਦਾ ਆਧਾਰ ਹਨ ਡੰਡੀ। ਭੂਮੀ ਖੋਰ ਨਾਲ ਧਰਤ ਦੀ ਉਪਜਾਊ ਪਰਤ ਗਵਾਚ ਜਾਂਦੀ ਹੈ। ਮੈਦਾਨੀ ਜਲ ਵਹਿਣਾਂ ਦੇ ਪਾਟ ਭਰਨ ਨਾਲ ਹੜ੍ਹਾਂ ਦਾ ਖਤਰਾ, ਜਲ ਕੁੰਡ ਮਿੱਟੀ ਨਾਲ ਪੂਰ ਹੋਣ ਨਾਲ ਜਲ ਗ੍ਰਹਿਣ ਸਮਰੱਥਾ ਵਿੱਚ ਕਮੀ, ਜ਼ਮੀਨ ਦਾ ਟੋਟਿਆਂ ਵਿੱਚ ਵੰਡੇ ਜਾਣਾ, ਜਲ ਤਲ ਦਾ ਨੀਵੇਂ ਤੋਂ ਨੀਵਾਂ ਹੁੰਦੇ ਜਾਣਾ, ਸਮੁੰਦਰ ਦਾ ਤਲ ਉੱਚਾ ਹੁੰਦੇ ਜਾਣਾ, ਵਰਖਾ ਗੜਬੜਾ ਜਾਣਾ ਅਤੇ ਇਸ ਤੋਂ ਬਿਨਾਂ ਖਾਦ ਪਦਾਰਥਾਂ ਦੀ ਪੈਦਾਵਾਰ ਦਾ ਘਟਣਾ ਅਤੇ ਜਾਇਦਾਦਾਂ ਸਮੇਤ ਜਾਨਾਂ ਦਾ ਖੋਹ ਆਦਿ ਇਸ ਦੀਆਂ ਭੈੜੀਆਂ ਅਲਾਮਤਾਂ ਹਨ ਡੰਡੀ। ਜਲ ਅਤੇ ਹਵਾ ਨਾਲ ਲਗਾਤਾਰ ਹੁੰਦੀ ਭੂਮੀ ਖੋਰ ਕੱਟ ਵੱਢ ਅਤੇ ਉਡਾਈ ਮਗਰੋਂ ਸਾਡੇ ਪੱਲੇ ਦਰਾੜਾਂ ਅਤੇ ਮਾਰੂਥਲ ਤਾਂ ਪਾ ਹੀ ਜਾਵੇਗੀ, ਸਗੋਂ ਅਸੀਂ ਸਮੁੰਦਰ ਕੰਢਲੇ ਸ਼ਹਿਰਾਂ ਅਤੇ ਨੀਵੇਂ ਮੁਲਕਾਂ ਨੂੰ ਵੀ ਲੈ ਬੈਠਾਂਗੇ ਡੰਡੀ। ਜੰਗਲਾਂ, ਪਹਾੜਾਂ ਅਤੇ ਅਖੌਤੀ ਵਿਕਾਸ ਅਤੇ ਨਿਗੂਣੀਆਂ ਆਮਦਨਾਂ ਲਈ ਵਿਕਾਸ ਅਤੇ ਸੈਰ ਸਪਾਟੇ ਦੇ ਨਾਂ 'ਤੇ ਕੁਦਰਤੀ ਸਮਤੋਲ ਵਿੱਚ ਦਿੱਤਾ ਬੇਲੋੜਾ ਦਖਲ ਪਹਾੜਾਂ ਆਦਿ ਨੂੰ ਢਹਿ ਢੇਰੀ ਕਰਕੇ ਹਰ ਸਾਲ ਭਿਅੰਕਰ ਦੁਖਾਂਤ ਸਾਡੇ ਪੱਲੇ ਪਾਉਂਦਾ ਹੈ ਡੰਡੀ। ਨੇਪਾਲ ਅਤੇ ਉੱਤਰਾਖੰਡ ਦੇ ਜਲ ਸੈਲਾਬ ਅਤੇ ਡਿੱਗਣ ਨਾਲ ਵਾਪਰੇ ਦੁਖਾਂਤ ਸਾਡੇ ਲਈ ਕੌੜੇ ਸਬਕ ਹਨ ਡੰਡੀ। ਭਾਰਤੀ ਖੇਤ ਖੋਜ ਕੌਂਸਲ ਅਨੁਸਾਰ ਇਸ ਸਮੇਂ ਸਾਡੇ ਦੇਸ਼ ਦੇ ਵੱਡੇ ਭੂਗੋਲਿਕ ਰਕਬੇ ਨੂੰ ਪਾਣੀ ਅਤੇ ਪੌਣ ਖੁਰਨ ਦਾ ਸਾਹਮਣਾ ਹੈ। 7 ਕਰੋੜ ਹੈਕਟੇਅਰ ਖੇਤਰ ਭੂਮੀ ਖਰਨ ਕਾਰਨ ਅਤਿਅੰਤ ਗੰਭੀਰ ਰੂਪ ਵਿੱਚ ਖਰਾਬ ਹੋ ਚੁੱਕਾ ਹੈ ਡੰਡੀ। ਭੂ ਵਿਗਿਆਨੀਆਂ ਦੀ ਰਾਏ ਹੈ ਕਿ ਭਾਰਤ ਵਿੱਚ ਫੀ ਸਾਲ 7,000 ਵਰਗ ਫੁੱਟ ਭੂਮੀ ਅਤੇ ਲਗਭਗ 6 ਅਰਬ ਟਨ ਮਿੱਟੀ ਦਾ ਕਟਾਓ ਹੁੰਦਾ ਹੈ, ਜੋ ਆਪਣੇ ਨਾਲ ਪੌਦਿਆਂ ਲਈ ਲੋੜੀਂਦੀਆਂ ਲਗਭਗ 90 ਲੱਖ ਟਨ ਰਸਾਇਣੀ ਖਾਦਾਂ ਅਤੇ ਉਹਨਾਂ ਦੇ ਪੋਸ਼ਕ ਤੱਤਾਂ ਨੂੰ ਰੋੜ ਕੇ ਲੈ ਜਾਂਦੀ ਹੈ ਡੰਡੀ। ਦੇਸ਼ ਵਿੱਚ ਵੱਧਦੇ ਭੂਮੀ ਖਰਨ ਕਾਰਨ ਹਰ ਸਾਲ 3000 ਕਰੋੜ ਰੁਪਏ ਅਤੇ ਹਜ਼ਾਰਾਂ ਜ਼ਿੰਦਗੀਆਂ ਦੀ ਬਲੀ ਲੈਂਦੀ ਹੈ ਡੰਡੀ। ਜੇ ਆਉਣ ਵਾਲੇ 20 ਵਰ੍ਹਿਆਂ ਤੱਕ ਇਹੋ ਹਾਲਾਤ ਰਹੇ ਤਾਂ 1/3 ਖੇਤੀਯੋਗ ਭੂਮੀ ਨਸ਼ਟ ਹੋ ਜਾਵੇਗੀ ਡੰਡੀ। ਇਸ ਤੋਂ ਇਲਾਵਾ ਭੂਮੀ ਖਰਨ ਕਾਰਨ ਬਨਸਪਤੀ ਵੀ ਹੌਲੀ ਹੌਲੀ ਅਤੇ ਧਰਤੀ ਦੇ ਤਲ ਦੀ ਉੱਪਰਲੀ ਜ਼ਰਖੇਜੀ ਖਤਮ ਹੋ ਜਾਂਦੀ ਹੈ। ਫਲਸਰੂਪ ਸਮਾਂ ਪਾ ਕੇ ਉਹ ਹਿੱਸਾ ਰੇਗਿਸਤਾਨ ਵਿੱਚ ਤਬਦੀਲ ਹੋ ਜਾਂਦਾ ਹੈ ਡੰਡੀ। ਪੈਰਾ
ਲੱਗਦਾ ਹੈ ਅਸੀਂ ਹੱਥੀਂ ਉਜਾੜੇ ਰਾਜਸਥਾਨ ਦੀ ਹੋਣੀ ਨੂੰ ਭੁੱਲ ਗਏ ਹਾਂ ਡੰਡੀ। ਕਿਸੇ ਸਮੇਂ ਸਾਰੇ ਸਥਾਨਾਂ ਵਿੱਚੋਂ ਰਾਜ ਸਿਰ ਮੋਰ ਸਥਾਨ ਰੱਖਦਾ। ਇਹ ਸਰ ਸਬਜ਼ ਖਿੱਤਾ ਕੁਝ ਦੈ ਸਦੀਆਂ ਵਿੱਚ ਉਦੋਂ ਧੂੜ ਅਤੇ ਟੋਇਆਂ ਵਿੱਚ ਬਦਲ ਗਿਆ ਜਦ ਜੰਗਲ ਰੁੱਸ ਗਏ ਡੰਡੀ। ਤਵਾਰੀਖ ਗਵਾਹ ਹੈ ਕਿ ਜ਼ਰੂਰੀ ਵਰਤੋਂ ਤੋਂ ਬਾਅਦ ਕੁਦਰਤੀ ਸੋਮਿਆਂ ਦੀ ਮੁੜ ਭਰਪਾਈ ਨਾ ਕਰਨ ਵਾਲੀ ਤਕਰੀਬਨ ਹਰ ਸਲਤਨਤ ਦਾ ਅੰਤ ਦਰਾੜਾਂ ਅਤੇ ਮਾਰੂਥਲ ਦੇ ਜਨਮ ਨਾਲ ਹੋਇਆ ਹੈ ਡੰਡੀ। ਮੌਜੂਦਾ ਮਾਰੂਥਲ ਰੇਗਿਸਤਾਨ ਮੋਰੱਕੋ, ਅਲਜੀਰੀਆ ਅਤੇ ਟਿਊਨੇਸ਼ੀਆ ਕਿਸੇ ਵਕਤ ਰੋਮਨ ਸ਼ਹਿਨਸ਼ਾਹੀ ਦੇ ਪ੍ਰਸਿੱਧ ਅਨਾਜ ਖੇਤਰ ਸਨ ਡੰਡੀ। ਇਸੇ ਦੀ ਉਪਜ ਇਟਲੀ ਅਤੇ ਸਿਸਲੀ ਦਾ ਭੂਮੀ ਖੋਰ ਹੈ ਡੰਡੀ। ਮੈਸੋਪੋਟਾਮੀਆ, ਫਲਸਤੀਨ, ਸੀਰੀਆ ਅਤੇ ਅਰਬ ਦੇ ਕੁਝ ਭਾਗ, ਉਰ, ਸੁਮੇਰੀਆ, ਬੇਬੀਲੋਨ ਅਤੇ ਅਸੀਰੀਆ ਕਦੇ ਮਹਾਨ ਬਾਦਸ਼ਾਹੀਆਂ ਦੇ ਮਾਣ-ਮੱਤੇ ਤਖ਼ਤ ਸਨ ਡੰਡੀ। ਕੱਲ੍ਹ ਦਾ ਉਪਜਾਊ ਪਰਸ਼ੀਆ ਅੱਜ ਦਾ ਮਾਰੂਥਲ ਹੈ ਡੰਡੀ। ਸਿਕੰਦਰ ਦਾ ਹਰਿਆ ਭਰਿਆ ਯੂਨਾਨ ਅੱਜ ਆਪਣੀ ਬੰਜਰ ਭੂਮੀ ਕਾਰਨ ਝੂਰ ਰਿਹਾ ਹੈ। ਕਿਉਂ? ਇਹਨਾਂ ਕੁਦਰਤ ਦੀ ਅਸਮਤ ਜੋ ਲੀਰੋ ਲੀਰ ਕਰ ਦਿੱਤੀ ਸੀ ਡੰਡੀ। ਸਾਡੇ ਆਪਣੇ ਮੋਹਨਜੋਦਾੜੋ ਅਤੇ ਹੜੱਪਾ ਵਰਗੇ ਸੱਭਿਅਕ ਖਿੱਤਿਆਂ ਦਾ ਕੀ ਬਣਿਆ? ਕੀ ਅਸੀਂ ਬਚੇ ਰਹਾਂਗੇ ਡੰਡੀ?